ਕਰੀਬ 6.5 ਸਾਲ ਹੋ ਚੁੱਕੇ ਨੇ ਜੋ ਸਾਨੂੰ ਅਧਿਕਾਰ ਮਿਲੇ ਸੀ ਜੀ। ਉਸ ਦੇ ਵਿੱਚ 5 ਸਾਲ ਇੱਕ ਟਰਮ ਹੁੰਦੀ ਆ ਤੇ 1.5 ਸਾਲ ਉੱਪਰ ਹੋ ਚੁੱਕਿਆ। ਅਸੀਂ 6ਵਾਂ ਪ੍ਰਧਾਨ ਚੁਣਿਆ। ਉਹ ਅਸੀਂ ਤਾਂ ਉਦੋਂ ਤੋਂ ਕਹਿੰਦੇ ਆ ਕਿ ਚੋਣ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਇੱਕ ਵਿਧੀ ਵਿਧਾਨ ਆ ਉਹਦੇ ਮੁਤਾਬਕ ਚੋਣਾਂ ਹੋਣੀਆਂ ਚਾਹੀਦੀਆਂ। ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ। ਤੇ ਦੂਜੀ ਗੱਲ ਕਲੀਅਰ ਕਰ ਦਈਏ ਕਿ ਜਿਹੜੀਆਂ ਚੋਣਾਂ ਵਾ ਇਹ ਚੋਣਾਂ ਸਟੇਟ ਨੇ ਨਹੀਂ ਕਰਵਾਉਣੀਆਂ ਹੁੰਦੀਆਂ। ਇਹ ਚੋਣਾਂ ਦਾ ਜਿਹੜਾ ਵੀ ਐਲਾਨ ਹੋਣਾ, ਚੋਣਾਂ ਦੇ ਬਾਰੇ ਕੋਈ ਆਰਡਰ ਜਾਰੀ ਹੋਣਾ, ਉਹ ਜਿਹੜਾ ਵਾ ਸਾਡਾ ਗ੍ਰਹਿ ਮੰਤਰਾਲੇ ਦੇਸ਼ ਦਾ ਉਹ ਕਰਦਾ। ਵੋਟਰ ਕੌਣ ਬਣੇਗਾ, ਉਮੀਦਵਾਰ ਕੌਣ ਬਣੇਗਾ, ਇਹ ਸਾਰੀ ਗੱਲ ਸਾਡੇ ਗ੍ਰਹਿ ਵਿਭਾਗ ਵੱਲੋਂ ਆਉਂਦੀ ਹੈ। ਇੱਥੋਂ ਦੇ ਜਿਹੜੀ ਸਰਕਾਰ ਹੁੰਦੀ ਹੈ ਸਟੇਟ, ਉਹਦਾ ਕੰਮ ਹੁੰਦਾ ਕਿ ਜੇ ਉਹਨਾਂ ਨੇ ਐਲਾਨ ਕੀਤਾ ਕਿ ਵੋਟਾਂ ਬਣਾਉਣੀਆਂ, ਕਿਹਦੀਆਂ ਬਣਨੀਆਂ ਵੋਟਾਂ, ਉਹਦੇ ਲਈ ਤੁਸੀਂ ਸਿਸਟਮ ਦੇਣਾ, ਚਾਹੇ ਪਟਵਾਰੀ ਦੇਣੇ ਆ, ਤਹਿਸੀਲਦਾਰ ਦੇਣਾ, SDM। ਤੋ ਇਸ ਕਰਕੇ ਭਗਵੰਤ ਮਾਨ ਜੀ ਤਾਂ ਵਿਚਾਰੇ ਹੁਣ ਅੱਜ ਕੱਲ੍ਹ ਥੋੜ੍ਹੇ ਜਿਹੇ ਫਿਕਰਮੰਦੀ ਆ ਕਿ ਜਿੰਨੇ ਵੀ ਐਲਾਨ ਕਰਦੇ ਆ ਉਹ ਸਾਰੇ ਕੇਜਰੀਵਾਲ ਸਾਹਿਬ ਹੀ ਕਰਦੇ ਆ। ਹੁਣ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਪੰਜਾਬ ਦੇ ਜਿਹੜੇ ਕੋਨੇ ਵਿੱਚੋਂ ਸਰਕਾਰੀ ਬੱਸਾਂ ਨਾਲ ਲਿਆ ਕੇ ਇੱਥੇ ਕੇਜਰੀਵਾਲ ਸਾਹਿਬ ਦੇ ਉਸ ਉਦਘਾਟਨ ਦੇ ਸਮੇਂ ਤਾੜੀਆਂ ਮਰਵਾਈਆਂ ਜਾਂਦੀਆਂ। ਇਹ ਸਾਰਾ ਕੁਝ ਹੁਣ ਕੇਜਰੀਵਾਲ ਸਾਹਿਬ ਨੇ ਆਪਣੇ ਹੱਥ ਵਿੱਚ ਲੈ ਲਿਆ, ਜਿਹੜਾ ਕਿ ਪਹਿਲਾਂ ਸ਼ਾਇਦ ਥੋੜ੍ਹਾ ਜਿਹਾ ਲਗਾਮ ਢਿੱਲੀ ਛੱਡੀ ਸੀ। ਤੇ ਹੋਰ ਤਾਂ ਮੈਨੂੰ ਸਾਰੇ ਅਧਿਕਾਰ ਖੋਲ੍ਹੇ ਗਏ ਵੀ ਜੇ ਸ਼੍ਰੋਮਣੀ ਕਮੇਟੀ ਦੇ ਕਹਿੰਦੇ ਹੁੰਦੇ ਆ ਵੋਟਾਂ ਬਣਾਉਣ ਦੇ ਤਰੀਕ ਦਾ ਹੀ ਐਲਾਨ ਕਰਕੇ ਟਵੀਟ ਦੇ ਦਈਏ, ਜਦੋਂ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਕੱਦ ਦੇ ਮੁਤਾਬਕ ਮੇਲ ਨਹੀਂ ਖਾਂਦੀਆਂ। ਕਿਹੜੇ ਪਾਸਿਓਂ ਮੈਨੂੰ ਦੱਸੋ ਕਿ ਇੱਕ ਪਰਿਵਾਰ ਕਾਬਜ ਆ, ਮੈਨੂੰ ਦੱਸੋ। ਜਦੋਂ ਵੋਟਾਂ ਹੋਈਆਂ ਸੀ ਕਿਸੇ ਨੇ ਕੋਈ ਥੋਪਿਆ ਸੀ? ਥੋਪਿਆ ਇੱਥੋਂ ਦੇ ਹੁੱਡਾ ਨੇ ਹਰਿਆਣਾ ਵਿੱਚ ਕਮੇਟੀ ਬਣਾ ਕੇ ਥੋਪ ਤੇ ਬੰਦੇ ਆਪਣੇ ਬੰਦੇ ਬਣਾਤੇ। ਉਦੋਂ ਬਾਅਦ ਉਹ ਜਿਹੜੇ ਇਹਨਾਂ ਦੇ ਫਿੱਟ ਨਾ ਬੈਠੇ, ਹੁਣ ਖੱਟਰ ਸਾਹਿਬ ਨੇ ਆਪਦੇ ਬੰਦੇ, ਮਤਲਬ ਥੋਪੇ ਦਾ ਮਤਲਬ ਹਰਿਆਣਾ ਕਮੇਟੀ ਜਿਹੜੀ ਚੱਲ ਰਹੀ ਆ ਉਹਨੂੰ ਕਹਿੰਦੇ ਥੋਪਿਆ ਹੋਇਆ। ਤੇ ਜਿਹੜੇ ਲੋਕ ਚੁਣ ਕੇ ਆਏ ਨੇ ਉਹਨੂੰ ਥੋਪਿਆ ਕਿੱਦਾਂ ਕਹਿ ਸਕਦੇ? ਠੀਕ ਆ, ਬਹੁਤ ਵੱਡੀ ਗਿਣਤੀ ਵਿੱਚ ਇੱਕ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ, ਤੇ ਉਹ ਅਕਾਲੀ ਦਲ ਦਾ ਜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਤੇ ਉਹਨੂੰ ਥੋਪਿਆ ਜਾਂ ਕਾਬਜ ਨਹੀਂ ਕਹਿਣਾ ਚਾਹੀਦਾ। ਮੈਂ ਸਮਝਦਾ ਕਿ ਇੱਕ ਚੋਣ ਪ੍ਰਕਿਰਿਆ ਦੀ ਤੋਹੀਨ ਹੈ। ਇੱਕ ਮੱਖੀ ਤੇ ਮੱਖੀ ਮਾਰ ਕੇ ਅਸੀਂ ਸਿਰਫ ਵਿਰੋਧ ਕਰਨਾ, ਤੇ ਉਹ ਵਿਰੋਧ ਦਾ ਕੋਈ ਜਿਵੇਂ ਕਹਿੰਦੇ ਹੁੰਦੇ ਨਾ ਵੀ ਵਿਰੋਧ ਦਾ ਕੋਈ ਆਧਾਰ ਤਾਂ ਹੋਣਾ ਚਾਹੀਦਾ ਨਾ। ਸੋ ਕਦੋਂ ਪਿਛਲੀਆਂ ਚੋਣਾਂ 'ਚ ਕਿਸੇ ਨੇ ਕਿਹਾ ਸੀ ਕਿ ਆਹ ਪਾਰਟੀ ਚੋਣ ਨਾ ਲੜੇ? ਕਿਸੇ ਨੇ ਨਹੀਂ ਸੀ ਕਿਹਾ, ਤੇ ਹੁਣ ਵੀ ਕਿਹੜਾ ਕਿਸੇ ਨੇ ਕਹਿਣਾ। ਪਰ ਜਿਹੜੇ ਲੰਗਰ ਲੰਗੋਟੇ ਕੱਸ ਕੇ ਤੁਰੇ ਫਿਰਦੇ ਆ, ਕੀ ਇਹ ਲੋਕ ਇਹ ਦੱਸਣਗੇ ਕਿ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਾਂਗਰਸ ਲੈਣ ਦੇ ਸਮਰੱਥ ਹੈ? ਕਿ ਨਾ ਕੇਂਦਰ 'ਚ ਬੈਠੀ ਭਾਜਪਾ ਵਾ ਜਿਹੜੀ ਪਿਛਲੇ ਦਰਵਾਜ਼ੇ ਰਾਹੀਂ ਕਾਬਜ ਹੋਣਾ ਚਾਹੁੰਦੀ ਆ, ਕੀ ਉਹ ਲੋਕ ਉਹਨਾਂ ਦੀ ਉਸ ਕਿ ਨਾ ਸੋਚ ਨੂੰ ਲੈ ਕੇ ਕੀ ਇਹ ਗੁਰਦੁਆਰਿਆਂ ਦੇ ਕਾਬਜ ਹੋਣ ਲਈ ਇਜਾਜ਼ਤ ਦੇਣਗੇ? ਕੀ ਆ ਜਿਹੜੇ ਹੁਣ ਭਗਵੰਤ ਮਾਨ ਹੋਣੀ ਆ ਜਿਹੜੇ ਇੱਕ ਸਾਈਨ ਨਹੀਂ ਕਰ ਸਕੇ, ਇੱਕ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਾਈਨ ਨਹੀਂ ਕਰ ਸਕੇ, 6-7 ਵਾਰ ਉਹਨਾਂ ਦੀ ਟੇਬਲ 'ਤੇ ਫਾਈਲ ਚਲੀ ਗਈ, ਤੇ ਉਹਨਾਂ ਦੀ ਬੀਬੀ ਜਿਹੜੀ ਆ ਕਿ ਨਾ ਤਲਵੰਡੀ ਸਾਬੋ ਵਾਲੀ ਕਿ ਨਾ ਮਹਿਲਾ ਜਿਹੜੀ MLA ਆ, ਤੇ ਉਹ ਤਾਂ ਮਾਣ ਨਾਲ ਕਹਿੰਦੀ ਆ ਜੀ ਜੇ ਅਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਦੇ ਹਿੰਦੁਸਤਾਨ 'ਚ ਹਿੰਦੂ ਵੋਟ ਨਹੀਂ ਮਿਲਣੀ। ਡੁੱਬ ਮਰਨ ਵਾਲੀ ਗੱਲ ਆ। ਜੇ ਇਹੋ ਜਿਹੀਆਂ ਗੱਲਾਂ ਤੁਸੀਂ ਕਰੋਗੇ ਤੇ ਕੀ ਹੁਣ ਇਹਨਾਂ ਲੋਕਾਂ ਨੂੰ ਇਹ ਲੋਕ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਆਉਣਗੇ? ਤੇ ਜੇ ਪ੍ਰਬੰਧਾਂ 'ਚ ਹੁਣ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਉਹੀ ਪ੍ਰਬੰਧਾਂ 'ਚ ਆਏਗੀ ਨਾ। ਜੇ ਉਹ ਪ੍ਰਬੰਧਾਂ 'ਚ ਆ ਗਈ ਤਾਂ ਤੁਸੀਂ ਕਿਉਂ ਕਾਬਜ ਹੁੰਦੇ ਆ? ਦੇਖੋ ਇਹ ਗੱਲ ਕਲੀਅਰ ਆ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਸਰਕਾਰਾਂ ਦੇ ਕਹਿਣ ਦੀ ਮੁਹਤਾਜ ਨਹੀਂ ਹੈਗੀ ਕਿ ਸਰਕਾਰਾਂ ਜੋ ਕਹਿਣਗੀਆਂ ਉੱਦਾਂ ਚੱਲੇਗੀ। ਇਹ ਨਹੀਂ ਹੈਗੀ। ਸਰਕਾਰਾਂ ਦਾ ਪ੍ਰਭਾਵ ਕਿਸੇ ਵੀ ਧਾਰਮਿਕ ਬੋਡੀ ਤੇ ਨਹੀਂ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਲੈਕਸ਼ਨਸ ਨੂੰ ਲੈ ਕੇ ਜਿਹੜੀ ਆ ਕਾਫੀ ਸਾਰੇ ਖੁਲਾਸੇ ਕੀਤੇ, ਕਾਫੀ ਸਾਰੀਆਂ ਗੱਲਾਂ ਕੀਤੀਆਂ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਹੁਣੀ ਟਵੀਟ ਕਰਦੇ ਨੇ, ਬਿਆਨ ਦਿੰਦੇ ਆ ਜੀ ਆਪਣਾ ਚੋਣਾਂ ਨੂੰ ਲੈ ਕੇ, SGPC ਚੋਣਾਂ ਨੂੰ ਲੈ ਕੇ, ਕਿਵੇਂ ਦੇਖਦੇ ਹੋ? ਦੇਖੋ, ਮੈਂ ਪਹਿਲਾਂ ਹੀ ਕਲੀਅਰ ਕਰ ਦਿਆਂ ਕਿ ਜਿਹੜਾ ਤੁਹਾਡਾ ਸਵਾਲ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੀ ਆ। ਕਰੀਬ 6.5 ਸਾਲ ਹੋ ਚੁੱਕੇ ਨੇ ਜੋ ਸਾਨੂੰ ਅਧਿਕਾਰ ਮਿਲੇ ਸੀ ਜੀ। ਉਸ ਦੇ ਵਿੱਚ 5 ਸਾਲ ਇੱਕ ਟਰਮ ਹੁੰਦੀ ਆ ਤੇ 1.5 ਸਾਲ ਉੱਪਰ ਹੋ ਚੁੱਕਿਆ। ਅਸੀਂ 6ਵਾਂ ਪ੍ਰਧਾਨ ਚੁਣਿਆ ਜੀ, ਜਦੋਂ ਕਿ 5 ਪ੍ਰਧਾਨ ਚੁਣਨ ਦੀ ਸੰਵਿਧਾਨ ਦੇ ਮੁਤਾਬਕ ਜਿਹੜੀ ਚੋਣ ਹੋਣੀ ਚਾਹੀਦੀ ਆ। ਭਾਵੇਂ ਕਿ ਪਿਛਲਾ CA ਰਹੀ ਆ, ਕਈ ਵਾਰੀ ਚੋਣਾਂ 10-10 ਸਾਲ ਦੀਆਂ ਹੁੰਦੀਆਂ। ਉਹ ਅਸੀਂ ਤਾਂ ਉਦੋਂ ਤੋਂ ਕਹਿੰਦੇ ਆ ਕਿ ਚੋਣ ਹੋਣੀ ਚਾਹੀਦੀ ਆ, ਕਿਉਂਕਿ ਜਿਹੜਾ ਇੱਕ ਵਿਧੀ ਵਿਧਾਨ ਆ ਉਹਦੇ ਮੁਤਾਬਕ ਚੋਣਾਂ ਹੋਣੀਆਂ ਚਾਹੀਦੀਆਂ। ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ। ਤੇ ਦੂਜੀ ਗੱਲ ਕਲੀਅਰ ਕਰ ਦਈਏ ਕਿ ਜਿਹੜੀਆਂ ਚੋਣਾਂ ਵਾ ਇਹ ਚੋਣਾਂ ਸਟੇਟ ਨੇ ਨਹੀਂ ਕਰਵਾਉਣੀਆਂ ਹੁੰਦੀਆਂ। ਇਹ ਚੋਣਾਂ ਦਾ ਜਿਹੜਾ ਵੀ ਐਲਾਨ ਹੋਣਾ, ਚੋਣਾਂ ਦੇ ਬਾਰੇ ਕੋਈ ਆਰਡਰ ਜਾਰੀ ਹੋਣਾ, ਉਹ ਜਿਹੜਾ ਵਾ ਸਾਡਾ ਗ੍ਰਹਿ ਮੰਤਰਾਲੇ ਦੇਸ਼ ਦਾ ਉਹ ਕਰਦਾ। ਉਹਨਾਂ ਵੱਲੋਂ ਇੱਕ ਜਿਹੜਾ ਇਲੈਕਸ਼ਨ ਜਿਹੜਾ ਕਮਿਸ਼ਨਰ ਨਿਯੁਕਤ ਕੀਤਾ ਜਾਂਦਾ, ਉੱਥੋਂ ਆਰਡਰ ਆਉਂਦੇ ਅਤੇ ਇਹ ਜਿਹੜੇ ਇਲੈਕਸ਼ਨ ਕਮਿਸ਼ਨ ਵਾਲੇ ਆ ਸਾਡੇ, ਇਹ ਉਹਨੂੰ ਅੱਗੇ ਲਾਗੂ ਕਰਦੇ ਆ। ਵੋਟਰ ਕੌਣ ਬਣੇਗਾ, ਉਮੀਦਵਾਰ ਕੌਣ ਬਣੇਗਾ, ਇਹ ਸਾਰੀ ਗੱਲ ਸਾਡੇ ਗ੍ਰਹਿ ਵਿਭਾਗ ਵੱਲੋਂ ਆਉਂਦੀ ਆ।
ਇੱਥੋਂ ਦੇ ਜਿਹੜੀ ਸਰਕਾਰ ਹੁੰਦੀ ਹੈ ਸਟੇਟ, ਉਹਦਾ ਕੰਮ ਹੁੰਦਾ ਕਿ ਜੀ ਉਹਨਾਂ ਨੇ ਐਲਾਨ ਕੀਤਾ ਕਿ ਵੋਟਾਂ ਬਣਾਉਣੀਆਂ, ਕਿਹਦੀਆਂ ਬਣਨੀਆਂ ਵੋਟਾਂ, ਉਹਦੇ ਲਈ ਤੁਸੀਂ ਸਿਸਟਮ ਦੇਣਾ, ਚਾਹੇ ਪਟਵਾਰੀ ਦੇਣੇ ਆ, ਤਹਿਸੀਲਦਾਰ ਦੇਣਾ, SDM ਦੇਣਾ, DC ਦੇਣਾ, ਉਹ ਦੇਣਾ। ਉਸ ਤੋਂ ਬਾਅਦ ਜਦੋਂ ਵੋਟਾਂ ਦਾ ਐਲਾਨ ਹੁੰਦਾ, ਉਹ ਵੀ ਐਲਾਨ ਜਿਹੜਾ ਇਲੈਕਸ਼ਨ ਕਮਿਸ਼ਨ ਕਰਦਾ। ਉਸ ਤੋਂ ਬਾਅਦ ਵੋਟਾਂ ਪਾਉਣੀਆਂ, ਇਹ ਸਾਡਾ ਜਿਹੜਾ ਮੌਜੂਦਾ ਸੂਬੇ ਦੀ ਸਰਕਾਰ ਦਾ ਤੰਤਰ ਹੁੰਦਾ, ਉਹ ਜਿਹੜੀਆਂ ਵੋਟਾਂ ਕਰਾਉਂਦਾ। ਸੋ ਇਸ ਕਰਕੇ ਭਗਵੰਤ ਮਾਨ ਜੀ ਤਾਂ ਵਿਚਾਰੇ ਹੁਣ ਅੱਜ ਕੱਲ੍ਹ ਥੋੜ੍ਹੇ ਜਿਹੇ ਫਿਕਰਮੰਦੀ ਆ ਕਿ ਜਿੰਨੇ ਵੀ ਐਲਾਨ ਕਰਦੇ ਆ ਉਹ ਸਾਰੇ ਕੇਜਰੀਵਾਲ ਸਾਹਿਬ ਹੀ ਕਰਦੇ ਆ। ਹੁਣ ਤੁਸੀਂ ਦੇਖਿਆ ਹੋਣਾ ਕਿ ਕਿੰਨਾ ਪੰਜਾਬ ਦੇ ਜਿਹੜੇ ਕੋਨੇ ਵਿੱਚੋਂ ਸਰਕਾਰੀ ਬੱਸਾਂ ਨਾਲ ਲਿਆ ਕੇ ਇੱਥੇ ਕੇਜਰੀਵਾਲ ਸਾਹਿਬ ਦੇ ਉਸ ਉਦਘਾਟਨ ਦੇ ਸਮੇਂ ਤਾੜੀਆਂ ਮਰਵਾਈਆਂ ਜਾਂਦੀਆਂ। ਕਦੇ ਅੰਮ੍ਰਿਤਸਰ ਚਲੇ ਜਾਂਦੇ ਆ, ਉੱਥੇ ਸਕੂਲ ਨੂੰ, ਰੰਗ ਕੀਤੇ ਸਕੂਲ ਨੂੰ ਆਪਣਾ ਬੋਰਡ ਲਾ ਕੇ ਉੱਥੇ ਤਾੜੀ ਮਰਵਾਉਂਦੇ ਆ। ਇਹ ਸਾਰਾ ਕੁਝ ਹੁਣ ਕੇਜਰੀਵਾਲ ਸਾਹਿਬ ਨੇ ਆਪਣੇ ਹੱਥ ਵਿੱਚ ਲੈ ਲਿਆ, ਜਿਹੜਾ ਕਿ ਪਹਿਲਾਂ ਸ਼ਾਇਦ ਥੋੜ੍ਹਾ ਜਿਹਾ ਲਗਾਮ ਢਿੱਲੀ ਛੱਡੀ ਸੀ। ਸੋ ਇਸ ਕਰਕੇ ਹੁਣ ਇਹ ਕੇਜਰੀਵਾਲ ਸਾਹਿਬ ਨੇ ਇਹ ਗੱਲ ਭਗਵੰਤ ਮਾਨ ਜੀ ਨੇ ਸੋਚੀ ਹੋਣੀ ਆ ਵੀ ਇਹ ਹੋਰ ਤਾਂ ਮੈਨੂੰ ਸਾਰੇ ਅਧਿਕਾਰ ਖੋਲ੍ਹੇ ਗਏ ਵੀ ਜੇ ਸ਼੍ਰੋਮਣੀ ਕਮੇਟੀ ਦੇ ਕਹਿੰਦੇ ਹੁੰਦੇ ਆ ਵੋਟਾਂ ਬਣਾਉਣ ਦੇ ਤਰੀਕ ਦਾ ਹੀ ਐਲਾਨ ਕਰਕੇ ਟਵੀਟ ਦੇ ਦਈਏ, ਜਦੋਂ ਕਿ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਕੱਦ ਦੇ ਮੁਤਾਬਕ ਮੇਲ ਨਹੀਂ ਖਾਂਦੀਆਂ। ਵੈਸੇ ਗਰੇਵਾਲ ਸਾਹਿਬ ਇਸ ਨੂੰ ਪੋਜ਼ਿਟਿਵ ਦੇਖੇ ਜਾਂ ਨੈਗੇਟਿਵ ਦੇਖੇ? ਜੇ ਗੱਲ ਕਰ ਲਈਏ ਤਾਂ ਲੰਬੇ ਸਮੇਂ ਤੋਂ SGPC ਚੋਣਾਂ ਦਾ ਜਿਹੜਾ ਉਹ ਰੇੜਕਾ ਹੈਗਾ ਆ, ਹੈ ਨਾ, ਕਾਫੀ ਸਮੇਂ ਤੋਂ ਜਿਹੜਾ ਚੋਣਾਂ ਨਹੀਂ ਹੋਈਆਂ, ਲਗਾਤਾਰ ਸੰਗਤ ਵੀ ਮੰਗ ਕਰਦੀ ਵੀ ਚੋਣਾਂ ਹੋਣੀਆਂ ਚਾਹੀਦੀਆਂ। ਤੇ ਇਹ ਵੀ ਅਕਸਰ ਇਹ ਗੱਲ ਹੋ ਜਾਂਦੀ, ਹਾਲਾਂਕਿ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਹੀਂ ਤਾਂ ਆਪਾਂ ਗੱਲ ਕਰ ਲਈ ਕਿ ਇੱਕ ਪਰਿਵਾਰ ਨੂੰ ਕਾਬਜ਼ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਹਿ ਦਿੱਤਾ ਜਾਂਦਾ ਹੈ। ਪਰ ਸਰਕਾਰ ਇਸ ਵੇਲੇ ਕਿਤੇ ਨਾ ਕਿਤੇ ਸੰਜੀਦਾ ਨਜ਼ਰ ਆ ਰਹੀ ਇਸ ਚੀਜ਼ ਨੂੰ ਲੈ ਕੇ, ਚਾਹੇ ਉਹ ਟਵੀਟ ਕਰ ਰਹੇ ਜਾਂ ਕਿਵੇਂ ਵੀ ਆ। ਇਸ ਚੀਜ਼ ਨੂੰ ਪੋਜ਼ਿਟਿਵ ਦੇਖੇ ਜਾਂ ਨੈਗੇਟਿਵ ਦੇਖੇ ਸੰਗਤ? ਦੇਖੋ, ਮੈਂ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਦਿੰਦਾ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕਈ ਸਾਲ ਤੋਂ, ਮੈਂ ਤੁਹਾਨੂੰ ਫਿਰ ਦੱਸਿਆ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਮੈਨੂੰ ਇਹੋ ਹੀ ਕਹਿ ਦੇਣ ਕਿ ਇੰਨਾ ਦੇਰ ਹੋ ਗਈ ਆ। ਮੈਂ ਕਿਹਾ ਵੀ ਸਿਰਫ 5 ਪ੍ਰਧਾਨ ਚੁਣਨੇ ਹੁੰਦੇ ਆ ਇੱਕ ਸੈਸ਼ਨ ਨੇ, ਤੇ 6ਵਾਂ ਪ੍ਰਧਾਨ ਹੀ ਚੁਣਿਆ ਸਿਰਫ। ਇਸ ਤੋਂ ਅੱਗੇ ਕੁਝ ਨਹੀਂ ਕੀਤਾ। ਹੁਣ ਗਾਂ ਜਦੋਂ ਨਵੰਬਰ 'ਚ ਦਾ ਚੋਣ ਹੁੰਦੀ ਆ, ਉਹ ਕੀ ਇਹ ਚੋਣਾਂ ਕਰਾਉਂਦੇ ਨਹੀਂ ਕਹਿੰਦੇ, ਬਾਅਦ ਦੀ ਗੱਲ ਆ। ਸੋ ਸਿਰਫ 1 ਸਾਲ 1.5 ਸਾਲ ਹੀ ਫਾਲਤੂ ਹੋਇਆ। ਇਸ ਗੱਲ ਨੂੰ ਮੰਨਿਆ ਜਾਵੇ, ਲੋਕਾਂ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਸ ਨੂੰ ਅਸਲ ਤੁਹਾਡੀ ਮੀਡੀਆ ਵੱਲੋਂ ਅਸਲ ਦੱਸਿਆ ਜਾਵੇ। ਦੂਜੀ ਗੱਲ, ਕਿਹੜੇ ਪਾਸਿਓਂ ਮੈਨੂੰ ਦੱਸੋ ਕਿ ਇੱਕ ਪਰਿਵਾਰ ਕਾਬਜ਼ ਆ? ਮੈਨੂੰ ਦੱਸੋ, ਜਦੋਂ ਵੋਟਾਂ ਹੋਈਆਂ ਸੀ ਕਿਸੇ ਨੇ ਕੋਈ ਥੋਪਿਆ ਸੀ? ਥੋਪਿਆ ਇੱਥੋਂ ਦੇ ਹੁੱਡਾ ਨੇ ਹਰਿਆਣਾ ਵਿੱਚ ਕਮੇਟੀ ਬਣਾ ਕੇ ਥੋਪ ਤੇ ਬੰਦੇ, ਆਪਣੇ ਬੰਦੇ ਬਣਾਤੇ। ਉਦੋਂ ਬਾਅਦ ਉਹ ਜਿਹੜੇ ਇਹਨਾਂ ਦੇ ਫਿੱਟ ਨਾ ਬੈਠੇ, ਹੁਣ ਖੱਟਰ ਸਾਹਿਬ ਨੇ ਆਪਦੇ ਬੰਦੇ, ਮਤਲਬ ਥੋਪੇ ਦਾ ਮਤਲਬ ਹਰਿਆਣਾ ਕਮੇਟੀ ਜਿਹੜੀ ਚੱਲ ਰਹੀ ਆ ਉਹਨੂੰ ਕਹਿੰਦੇ ਥੋਪਿਆ ਹੋਇਆ। ਤੇ ਜਿਹੜੇ ਲੋਕ ਚੁਣ ਕੇ ਆਏ ਨੇ ਉਹਨੂੰ ਥੋਪਿਆ ਕਿੱਦਾਂ ਕਹਿ ਸਕਦੇ? ਠੀਕ ਆ, ਬਹੁਤ ਵੱਡੀ ਗਿਣਤੀ ਵਿੱਚ ਇੱਕ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ, ਤੇ ਉਹ ਅਕਾਲੀ ਦਲ ਦਾ ਜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ, ਤੇ ਉਹਨੂੰ ਥੋਪਿਆ ਜਾਂ ਕਾਬਜ਼ ਨਹੀਂ ਕਹਿਣਾ ਚਾਹੀਦਾ। ਮੈਂ ਸਮਝਦਾ ਕਿ ਇੱਕ ਚੋਣ ਪ੍ਰਕਿਰਿਆ ਦੀ ਤੋਹੀਨ ਹੈ। ਚੁਣ ਕੇ ਆਏ ਨੇ ਲੋਕ, ਕਿਸੇ ਨੇ ਕੋਈ ਨਹੀਂ ਥੋਪਿਆ। ਤੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ। ਸਿਰਫ ਤੇ ਸਿਰਫ ਇੱਕ ਮੱਖੀ ਤੇ ਮੱਖੀ ਮਾਰ ਕੇ ਅਸੀਂ ਸਿਰਫ ਵਿਰੋਧ ਕਰਨਾ, ਤੇ ਉਹ ਵਿਰੋਧ ਦਾ ਕੋਈ ਜਿਵੇਂ ਕਹਿੰਦੇ ਹੁੰਦੇ ਨਾ ਵੀ ਵਿਰੋਧ ਦਾ ਕੋਈ ਆਧਾਰ ਤਾਂ ਹੋਣਾ ਚਾਹੀਦਾ ਨਾ। ਮਤਲਬ ਇਸ ਕਰਕੇ ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵੀ ਇੱਥੇ ਸ਼੍ਰੋਮਣੀ ਕਮੇਟੀ ਚੁਣ ਕੇ ਆਵੇ, ਉਹਦੀ ਸੁੱਚੀ ਭਾਵਨਾ ਗੁਰਦੁਆਰਿਆਂ ਦੇ ਪ੍ਰਬੰਧਾਂ ਲਈ ਹੋਵੇ। ਲੋਕ ਜਿਹਨੂੰ ਚੁਣ ਕੇ ਭੇਜਣ ਉਹ ਬਣ ਜਾਂਦਾ। ਤੋ ਕਦੋਂ ਪਿਛਲੀਆਂ ਚੋਣਾਂ 'ਚ ਕਿਸੇ ਨੇ ਕਿਹਾ ਸੀ ਕਿ ਆਹ ਪਾਰਟੀ ਚੋਣ ਨਾ ਲੜੇ? ਕਿਸੇ ਨੇ ਨਹੀਂ ਸੀ ਕਿਹਾ, ਤੇ ਹੁਣ ਵੀ ਕਿਹੜਾ ਕਿਸੇ ਨੇ ਕਹਿਣਾ। ਪਰ ਜਿਹੜੇ ਲੰਗਰ ਲੰਗੋਟੇ ਕੱਸ ਕੇ ਤੁਰੇ ਫਿਰਦੇ ਆ, ਕੀ ਇਹ ਲੋਕ ਇਹ ਦੱਸਣਗੇ ਕਿ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਾਂਗਰਸ ਲੈਣ ਦੇ ਸਮਰੱਥ ਹੈ? ਜਿਸ ਕਾਂਗਰਸ ਨੇ ਗੁਰਦੁਆਰਿਆਂ ਨੂੰ ਢਾਇਆ, ਉਹਨਾਂ ਦੇ ਲੋਕ ਆ ਸਕਦੇ ਆ ਇੱਥੇ? ਕੀ ਹੁਣ ਜਿਹੜਾ ਕਿਨਾ ਕੇਂਦਰ 'ਚ ਬੈਠੀ ਭਾਜਪਾ ਵਾ, ਜਿਹੜੀ ਪਿਛਲੇ ਦਰਵਾਜ਼ੇ ਰਾਹੀਂ ਕਾਬਜ਼ ਹੋਣਾ ਚਾਹੁੰਦੀ ਆ, ਕੀ ਉਹ ਲੋਕ ਉਹਨਾਂ ਦੀ ਉਸ ਕਿਨਾ ਸੋਚ ਨੂੰ ਲੈ ਕੇ ਕੀ ਇਹ ਗੁਰਦੁਆਰਿਆਂ ਦੇ ਕਾਬਜ਼ ਹੋਣ ਲਈ ਇਜਾਜ਼ਤ ਦੇਣਗੇ? ਕੀ ਆ ਜਿਹੜੇ ਹੁਣ ਭਗਵੰਤ ਮਾਨ ਹੋਣੀ ਆ, ਜਿਹੜੇ ਇੱਕ ਸਾਈਨ ਨਹੀਂ ਕਰ ਸਕੇ, ਇੱਕ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸਾਈਨ ਨਹੀਂ ਕਰ ਸਕੇ, 6-7 ਵਾਰ ਉਹਨਾਂ ਦੀ ਟੇਬਲ 'ਤੇ ਫਾਈਲ ਚਲੀ ਗਈ, ਤੇ ਉਹਨਾਂ ਦੀ ਬੀਬੀ ਜਿਹੜੀ ਆ ਤਲਵੰਡੀ ਸਾਬੋ ਵਾਲੀ ਮਹਿਲਾ ਜਿਹੜੀ MLA ਆ, ਤੇ ਉਹ ਤਾਂ ਮਾਣ ਨਾਲ ਕਹਿੰਦੀ ਆ ਜੀ ਜੇ ਅਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਦੇ ਹਿੰਦੁਸਤਾਨ 'ਚ ਹਿੰਦੂ ਵੋਟ ਨਹੀਂ ਮਿਲਣੀ। ਡੁੱਬ ਮਰਨ ਵਾਲੀ ਗੱਲ ਆ। ਜੇ ਇਹੋ ਜਿਹੀਆਂ ਗੱਲਾਂ ਤੁਸੀਂ ਕਰੋਗੇ ਤੇ ਕੀ ਹੁਣ ਇਹਨਾਂ ਲੋਕਾਂ ਨੂੰ ਇਹ ਲੋਕ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਆਉਣਗੇ? ਤੇ ਜੇ ਪ੍ਰਬੰਧਾਂ 'ਚ ਹੁਣ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਉਹੀ ਪ੍ਰਬੰਧਾਂ 'ਚ ਆਏਗੀ ਨਾ। ਜੇ ਉਹ ਪ੍ਰਬੰਧਾਂ 'ਚ ਆ ਗਈ ਤੇ ਤੁਸੀਂ ਕਿਉਂ ਕਾਬਜ਼ ਹੁੰਦੇ ਆ? ਇਹ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਹਾਂ, ਮੈਂ ਇਸ ਗੱਲ ਲਈ ਪੂਰਨ ਤੌਰ 'ਤੇ ਸਹਿਮਤ ਹਾਂ, ਇਲੈਕਸ਼ਨ ਹੋਣੀ ਚਾਹੀਦੀ ਆ। ਉਹ ਲੋਕ ਆਉਣੇ ਚਾਹੀਦੇ ਆ ਜਿਹੜੇ ਗੁਰਦੁਆਰਾ ਪ੍ਰਬੰਧਾਂ ਵਿੱਚ ਸੇਵਾ ਦੀ ਭਾਵਨਾ ਨੂੰ ਲੈ ਕੇ ਆਉਣ। ਇਸ ਗੱਲ ਲਈ ਅਸੀਂ ਪੂਰਨ ਤੌਰ 'ਤੇ ਸਹਿਮਤ ਹਾਂ। ਅਕਾਲੀ ਦਲ ਨੇ ਇੱਕ ਫੈਸਲਾ ਕਰ ਦਿੱਤਾ, ਚੰਗਾ ਫੈਸਲਾ, ਕਿ ਜਿਹੜਾ ਬੰਦੇ ਨੇ ਵੋਟ ਰਾਜਨੀਤੀ 'ਚ ਪੈਣਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਨਹੀਂ ਜਾਏਗਾ, ਤੇ ਚੰਗੀ ਗੱਲ ਹੈ।
ਤੇ ਆਉਣ ਵਾਲੇ ਸਮੇਂ 'ਚ ਇੱਕ ਚੰਗੇ ਫੈਸਲੇ ਹੋਣਗੇ। ਅੱਛਾ, ਬਰੋਡਕਾਸਟ ਨੂੰ ਲੈ ਕੇ ਜੇ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਜਿਹੜਾ ਇੱਕ ਚੈਨਲ ਸ਼ੁਰੂ ਕਰ ਦਿੱਤਾ ਗਿਆ, ਉਹਨੂੰ ਵੱਡੇ ਲੈਵਲ ਤੇ ਦਿਖਾਇਆ ਜਾ ਰਿਹਾ ਹੈਗਾ ਤੇ ਪ੍ਰਚਾਰ ਉਹਦਾ ਕੀਤਾ ਜਾ ਰਿਹਾ ਤੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਿਹਾ ਜਾ ਰਿਹਾ ਕਿ ਚੈਨਲ ਚਲਾਇਆ ਜਾਵੇਗਾ, ਗੁਰਬਾਣੀ ਨੂੰ ਬਰੋਡਕਾਸਟ ਕੀਤਾ ਜਾਵੇਗਾ, ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਹ ਸਿਰੇ ਕਿਉਂ ਨਹੀਂ ਹੁਣ ਤੱਕ ਚੜ ਰਿਹਾ, ਕੀ ਕਾਰਨ ਆ ਜੀ ਉਹਦਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਮੈਨੂੰ ਦੱਸੋ ਕਿ ਕਿਹੜੇ ਲੋਕਾਂ ਤੱਕ ਅੱਜ ਤੱਕ ਨਹੀਂ ਪਹੁੰਚਾਇਆ ਜਾ ਰਿਹਾ। ਪਹਿਲਾਂ ਚੈਨਲ ਰਾਹੀਂ ਜਿਹੜਾ ਸੈਟੇਲਾਈਟ ਚੈਨਲ ਰਾਹੀਂ ਪਹੁੰਚਦਾ ਸੀ ਕੁੱਲ ਦੁਨੀਆ ਦੇ ਅੰਦਰ, ਤੇ ਹੁਣ ਤਾਂ ਉਸ ਤੋਂ ਅਗਲਾ ਪੜਾਅ ਵੀ ਹੋ ਗਿਆ ਕਿ ਸਾਡੇ ਕੋਲੇ ਜਿਹੜੇ ਮੋਬਾਈਲ ਤੇ ਜਾਂ ਨੈੱਟ ਤੇ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ YouTube ਚੈਨਲ ਪਹੁੰਚ ਗਿਆ। ਦੇਖੋ, ਇਹ ਗੱਲ ਕਲੀਅਰ ਆ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਸਰਕਾਰਾਂ ਦੇ ਕਹਿਣ ਦੀ ਮੁਹਤਾਜ ਨਹੀਂ ਹੈਗੀ ਕਿ ਸਰਕਾਰਾਂ ਜੋ ਕਹਿਣਗੀਆਂ ਉੱਦਾਂ ਚੱਲੇਗੀ, ਇਹ ਨਹੀਂ ਹੈਗੀ। ਉਹ ਸਰਕਾਰਾਂ ਇੱਕ ਰਾਜਨੀਤਿਕ ਧਿਰ ਨੇ, ਸਰਕਾਰਾਂ ਦਾ ਪ੍ਰਭਾਵ ਕਿਸੇ ਵੀ ਧਾਰਮਿਕ ਬੋਡੀ ਤੇ ਨਹੀਂ ਹੋਣਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖਾਂ ਦੇ ਕਿਸੇ ਵੀ ਧਾਰਮਿਕ ਬੋਡੀ ਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਆਸਥਾ ਦਾ ਮਸਲਾ ਹੈ। ਉਹ ਜਿਹੜਾ ਪ੍ਰਸਾਰਣ ਹੈ, ਭਾਵੇਂ ਕਿ ਬਹੁਤ ਸਾਰੇ ਹੋਰ ਗੁਰਦੁਆਰਾ ਸਾਹਿਬਾਨ ਦਾ ਪ੍ਰਸਾਰਣ ਜਿਹੜਾ ਵੱਖ-ਵੱਖ ਚੈਨਲਾਂ ਕੋਲ ਹੁਣ ਵੀ ਚੱਲ ਰਿਹਾ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਨੇ। ਸੋ ਜਿਹੜਾ ਦਰਬਾਰ ਸਾਹਿਬ ਦਾ ਪ੍ਰਸਾਰਣ ਹੈ, ਉਸ ਪ੍ਰਸਾਰਣ ਦੇ ਲਈ ਪਿਛਲੇ ਸਮੇਂ 'ਚ ਕੁਝ ਮਰਜ਼ਾਦਾਵਾਂ ਰੱਖੀਆਂ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ 'ਚ ਇਸ ਗੱਲ ਲਈ ਪੂਰਨ ਤੌਰ ਤੇ ਜਾਣਕਾਰ ਵੀ ਨਹੀਂ ਸੀ, ਸਮਰੱਥ ਵੀ ਨਹੀਂ ਸੀ ਤੇ ਕੋਈ ਮਸਲਾ ਵੀ ਨਹੀਂ ਸੀ। ਤੇ ਮਸਲਾ ਤਾਂ ਇਹਨਾਂ ਨੇ ਹੁਣ ਆ ਕੇ ਉਠਾਇਆ, ਪਰ ਉਸ ਮਸਲੇ ਦੇ ਹੱਲ ਲਈ ਅਸੀਂ ਆਪਣੀ ਜਿਹੜੀ ਆਪਦੇ ਚੈਨਲ ਵਾਸਤੇ, ਸੈਟੇਲਾਈਟ ਚੈਨਲ ਵਾਸਤੇ ਅਸੀਂ ਪ੍ਰਕਿਰਿਆ ਚੱਲ ਰਹੇ ਹਾਂ। ਔਨ ਰਿਕਾਰਡ ਆ, ਮੰਤਰੀ ਨੂੰ ਮਿਲੇ ਹਾਂ, ਸੈਕਟਰੀ ਨੂੰ ਮਿਲਣ ਜਾ ਰਹੇ ਹਾਂ। ਅਸੀਂ ਜੋ ਫਾਰਮੈਲਿਟੀਆਂ ਮੰਗੀਆਂ ਉਹ ਦੇਣ ਜਾ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ, ਅਸੀਂ ਤਾਂ ਆਪ ਕਹਿੰਦੇ ਹਾਂ ਵੀ ਭਗਵੰਤ ਮਾਨ ਸਾਹਿਬ ਕੇਂਦਰ ਕੋਲ ਜਾਓ, ਤੁਸੀਂ ਜਾ ਕੇ ਕਹੋ ਜੀ ਸ਼੍ਰੋਮਣੀ ਕਮੇਟੀ ਨੂੰ ਚੈਨਲ ਦੀ ਇਜਾਜ਼ਤ ਦਿਓ, ਅਸੀਂ ਸਵੇਰੇ ਲਾ ਦਿਆਂਗੇ। ਪਰ ਅਸੀਂ ਕੋਈ ਵੀ ਪ੍ਰਬੰਧ ਜਿਹੜਾ ਉਹ ਕਿਸੇ ਦੇ ਹੱਥ ਨਹੀਂ ਦੇਣਾ ਚਾਹੁੰਦੇ। ਜਦੋਂ ਕਿਸੇ ਦੇ ਹੱਥ ਵੀ ਪ੍ਰਬੰਧ ਆਏਗਾ, ਉਹ ਨਿਰਵਿਘਨ ਰੱਖੇਗਾ, ਨਹੀਂ ਰੱਖੇਗਾ, ਕੀ ਕਰੇਗਾ, ਉਹਦੀ ਦੁਰਵਰਤੋਂ ਕਰੇਗਾ, ਉਸ ਗੱਲ ਨੂੰ ਅਸੀਂ ਨਹੀਂ ਕਰਨਾ ਚਾਹੁੰਦੇ। ਪਿਛਲੇ ਸਮੇਂ 'ਚ ਜਿਹੜਾ ਕੁਝ ਹੋਇਆ, ਉਹਨਾਂ ਨੇ ਕੰਟਰੈਕਟ ਕੀਤਾ, ਉਸ ਕੰਟਰੈਕਟ ਦੇ ਅਧੀਨ ਭੁਗਤੇ ਉਹ ਗਾਂ ਅਸੀਂ ਉਹਨਾਂ ਦੀਆਂ ਸਰਵਿਸਿਜ਼ ਲੈ ਰਹੇ ਹਾਂ, ਪਰ ਲੋਗੋ ਜਿੱਥੇ ਉਹਨਾਂ ਦਾ, ਉੱਥੇ ਸ਼੍ਰੋਮਣੀ ਕਮੇਟੀ ਦਾ ਲੋਗੋ ਜਿਹੜਾ ਅੱਧਾ ਕੰਮ ਅਸੀਂ ਪੂਰਾ ਕਰ ਚੁੱਕੇ ਹਾਂ। ਅੱਛਾ ਭਾਜੀ, ਜੇ ਗੱਲ ਕਰ ਲਈਏ ਜਿਸ ਤਰ੍ਹਾਂ 100 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸ਼੍ਰੋਮਣੀ ਕਮੇਟੀ ਨੂੰ, ਪਰ ਫਿਰ ਵੀ ਪੂਰੇ ਇੰਡੀਆ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਉਹ ਜੋ ਚਾਹੀਦਾ ਹੈਗਾ ਹੱਥ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਹੁਣ ਵੀ ਪ੍ਰੈਸ ਕਾਨਫਰੰਸ ਡੋਂਗਮਾਰ ਵਾਲੇ ਮਸਲੇ ਦੀ ਗੱਲ ਕੀਤੀ ਕਿ ਗੁਰਦੁਆਰਾ ਜਿਹੜਾ ਉਹਦਾ ਪ੍ਰਬੰਧ ਜਿਹੜਾ ਹੁਣ ਆਪਣੇ ਕੋਲ ਨਹੀਂ ਹੈਗਾ, ਤੇ ਹੋਰ ਜਿਵੇਂ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਜਾਂ ਪੂਰੇ ਇੰਡੀਆ 'ਚ ਗੁਰਦੁਆਰਾ ਸਾਹਿਬ ਆ, ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਇਹਨਾਂ ਸਾਰਿਆਂ ਉੱਤੇ ਜਿਹੜਾ ਸਾਰਿਆਂ ਨੂੰ ਆਪਣੇ ਹੱਥ 'ਚ ਲੈ ਸਕੀ? ਹਾਲਾਂਕਿ ਇਹ ਤਾਂ ਸਭ ਤੋਂ ਪੁਰਾਣੀ ਸੰਸਥਾ ਹੈ, ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ ਜੀ। ਕਮੀ ਕਿੱਥੇ ਤੁਹਾਨੂੰ ਲੱਗਦੀ ਹੈ ਜੀ? ਦੇਖੋ, ਇੱਕ ਮੈਂ ਤੁਹਾਨੂੰ ਦੱਸਦਾ, ਜਦੋਂ ਅੰਗਰੇਜ਼ ਹਿੰਦੁਸਤਾਨ 'ਤੇ ਕਾਬਜ਼ ਹੋਣ ਲਈ ਆਇਆ ਤਾਂ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਚੁਣੌਤੀ ਨਹੀਂ ਸੀ ਦੇ ਸਕਿਆ। ਤੇ ਪਰ ਉਹਨੇ ਉਦੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਉਹਨੇ ਦੇਖਿਆ ਕਿ ਇਸ ਖਿੱਤੇ 'ਤੇ ਜਦੋਂ ਮੈਂ ਕਾਬਜ਼ ਹੋਣਾ, ਤੇ ਉਹਨੇ ਕਿਹਾ ਵੀ ਇਹਨਾਂ ਦੇ ਗੁਰਦੁਆਰਿਆਂ ਦੇ ਕਾਬਜ਼ ਹੋਵੋ ਤੇ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰੋ। ਸੋ ਉਹ ਜਿਹੜੇ ਮਹੰਤਾਂ ਵਾਲੀ ਗੱਲ ਚੱਲਦੀ ਹੈ ਨਾ ਜੀ, ਉਹ ਗੱਲ ਬਿਲਕੁਲ ਸਹੀ ਸੀ ਕਿ ਅੰਗਰੇਜ਼ ਨੇ ਉਹਨਾਂ ਨੂੰ ਸਥਾਪਿਤ ਕੀਤਾ ਸੀ। ਸਿੱਖਾਂ ਦੀ ਸ਼ਕਤੀ ਗੁਰਦੁਆਰਿਆਂ ਤੋਂ ਮਿਲਦੀ ਹੈ, ਤੇ ਇਹ ਜਿਹੜੀ ਚੁਣੌਤੀ ਆ ਸਿੱਖ ਸਾਰਿਆਂ ਵਾਸਤੇ ਹੀ ਆ, ਕਿਉਂਕਿ ਸਿੱਖ ਇੱਕ ਆਜ਼ਾਦ ਹਸਤੀ ਆ, ਇੱਕ ਨਿਡਰ ਤੇ ਨਿਰਭੈ ਕੌਮ ਆ। ਉਹ ਆਪਦੇ ਗੁਰੂ ਦੇ ਲਈ ਆਪਣੀ ਜਾਨ ਵੀ ਦਿੰਦੀ ਆ ਤੇ ਉਹਦਾ ਜਵਾਬ ਵੀ ਦਿੰਦੀ ਆ। ਗੁਰ ਕੀ ਨਿੰਦਾ ਸੁਣਨਾ ਕਾਨ, ਭੇਟ ਕਰੇ ਸੰਗ ਕਿਰਪਾਨ। ਇਸ ਗੱਲ ਦੀ ਲਈ ਜਿਹੜੇ ਮੌਕੇ ਦੇ ਮੌਜੂਦਾ ਸ਼ਾਸਕ ਰਹੇ, ਚਾਹੇ ਕਾਂਗਰਸ ਰਹੀ ਹੈ, ਚਾਹੇ ਹੁਣ ਭਾਜਪਾ ਵਾ, ਇਹਨਾਂ ਨੂੰ ਇਹ ਗੱਲ ਪਚਦੀ ਨਹੀਂ। ਉਹ ਫਿਰ ਸਾਡੇ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧਾਂ 'ਤੇ ਕਾਬਜ਼ ਹੋਣਾ ਚਾਹੁੰਦੇ ਆ, ਠੀਕ ਹੈ ਨਾ। ਇਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੋਡੀ ਆ, ਇਹ ਪੂਰੇ ਪੰਜਾਬ ਦੇ ਲਈ ਬੋਡੀ ਬਣੀ ਸੀ। ਜਿੰਨੇ ਪੰਜਾਬ ਦੇ ਅੰਦਰ ਗੁਰਦੁਆਰਾ ਸਾਹਿਬਾਨ, ਠੀਕ ਹੈ ਨਾ, ਇਤਿਹਾਸਕ ਗੁਰਦੁਆਰੇ ਉਹਨਾਂ ਦੀ ਬਣੀ ਸੀ। ਅੱਧਾ ਪੰਜਾਬ ਕੱਟਿਆ ਗਿਆ, ਉੱਧਰ ਰਹਿ ਗਈ, ਜਿੰਨੇ ਬਚੇ ਉਹਦੇ ਲਈ ਸ਼੍ਰੋਮਣੀ ਕਮੇਟੀ ਕਾਰਜ ਕਰਦੀ ਸੀ। ਦਿੱਲੀ ਵੀ ਇਸ ਦਾਇਰੇ ਤੋਂ ਬਾਹਰ ਸੀ, ਪਰ ਉੱਥੇ ਵੀ ਜਿਹੜਾ ਕਮੇਟੀ ਬਣਾਉਣ 'ਚ ਜਿਹੜਾ ਇੱਥੋਂ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਗਿਆ ਸੀ। ਇਹਨਾਂ ਇਸ ਕਰਕੇ ਜਿਹੜੇ ਬਾਕੀ ਗੁਰਦੁਆਰੇ ਨੇ ਉਹਨਾਂ ਨਾਲ ਅਸੀਂ ਸਾਂਝ ਪਾ ਸਕਦੇ ਹਾਂ। ਸਿੱਖਾਂ ਦਾ ਕੋਈ ਮਸਲਾ ਵਾ, ਉਸ ਲਈ ਅਸੀਂ ਹਮੇਸ਼ਾ ਹਰ ਥਾਂ ਜਾ ਕੇ ਖੜ੍ਹਦੇ ਹਾਂ, ਉਹ ਸਾਡਾ ਫਰਜ਼ ਹੈ। ਹੁਣ ਜਿਵੇਂ ਤੁਸੀਂ ਇੱਥੇ ਡੋਂਗਮਾਰ ਸਾਹਿਬ ਦੀ ਗੱਲ ਕਰ ਲਓ, ਅਸੀਂ ਉੱਥੇ ਸ਼੍ਰੋਮਣੀ ਕਮੇਟੀ ਜਿਹੜੀ ਸਿੱਧੀ ਪਾਰਟੀ ਨਹੀਂ ਬਣੀ, ਅਸੀਂ ਉੱਥੋਂ ਦੀ ਜਿਹੜੀ ਸੰਗਤ ਹੈ, ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਆ, ਉਹਨਾਂ ਨੂੰ ਅਸੀਂ ਅੱਗੇ ਲਾ ਕੇ ਅਸੀਂ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਸ਼੍ਰੋਮਣੀ ਕਮੇਟੀ ਇੱਕ ਫਰਜ਼ ਅਦਾ ਕਰ ਰਹੀ ਹੈ ਕਿ ਦੁਨੀਆ ਭਰ ਦੇ ਅੰਦਰ ਕਿਤੇ ਵੀ ਕੋਈ ਮਸਲਾ ਬਣਦਾ ਸਿੱਖਾਂ ਦਾ, ਉਹਦੇ ਲਈ ਡਿਊਟੀ ਨਿਭਾਉਂਦੀ ਹੈ। ਸੋ ਇਸ ਕਰਕੇ ਹੁਣ ਇਸੇ ਕਰਕੇ ਤੋੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ। ਹਰਿਆਣਾ ਵਿੱਚੋਂ ਤੋੜਤਾ, ਹੋਰ ਵੀ ਕਈ ਜਿਹੜੇ ਮਸਲੇ ਆਉਣ ਵਾਲੇ ਸਮੇਂ 'ਚ ਆ ਰਹੇ ਆ ਸਾਹਮਣੇ। ਸਿਆਸਤ ਤੋਂ ਪ੍ਰੇਰਿਤ ਵੀ ਲੱਗਦਾ ਇਹ ਸਾਰਾ? ਪੂਰਨ ਤੌਰ 'ਤੇ ਸਿਆਸਤ ਤੋਂ ਪ੍ਰੇਰਿਤ ਆ, ਤੇ ਇੱਕ ਨਫ਼ਰਤ ਦੇ ਪਾਤਰ ਬਣਾਇਆ ਜਾ ਰਿਹਾ ਬੜੀ ਸਾਜ਼ਿਸ਼ ਅਧੀਨ ਇਸ ਕਹਿੰਦੇ ਆ ਸਿੱਖਾਂ ਨੂੰ, ਜਿਹੜਾ ਕਿ ਆਉਣ ਵਾਲੇ ਸਮੇਂ ਸਿਆਸਤਦਾਨਾਂ ਵੱਲੋਂ ਜਿਹੜਾ ਕਿ ਪਰੋਸਿਆ ਜਾ ਰਿਹਾ,
ਜਿਹੜਾ ਏਜੰਡਾ ਵਾ ਉਹਦੇ ਤਹਿਤ ਹੀ ਇਹ ਸਾਰਾ ਕੁਝ ਉਹਦੇ ਤਹਿਤ ਸਿੱਖਾਂ ਦੇ ਆਉਣ ਵਾਲੇ ਸਮੇਂ 'ਚ ਕਾਫੀ ਔਖਾ ਸਮਾਂ ਆਉਣ ਜਾ ਰਿਹਾ ਜੀ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਮੌਕਾ ਮਿਲਿਆ ਸੀਗਾ, SGPC ਨੂੰ ਸਟਰੋਂਗ ਬਣਾ ਸਕਦਾ ਸੀਗਾ, ਇੰਡੀਆ ਲੈਵਲ ਤੇ ਲਿਜਾ ਸਕਦਾ ਸੀ। ਲੱਗਦਾ ਨਹੀਂ ਕਿ ਉਹ ਮੌਕਾ ਜਿਹੜਾ ਖੁੰਝਿਆ ਉਹਨਾਂ ਦੇ ਉੱਤੇ? ਨਹੀਂ, ਦੇਖੋ ਜਿਹੜਾ ਇੱਕ ਸੰਵਿਧਾਨ ਜਿਹੜਾ ਇੱਕ ਐਕਟ ਬਣਿਆ 1925 ਐਕਟ ਦੇ ਅਧੀਨ ਜਿੰਨੇ ਗੁਰਦੁਆਰੇ ਸੀ ਉਹਨਾਂ ਨਾਲ ਅਸੀਂ ਹੁਣ ਜਿਹੜੀ ਸਾਡੀ ਜਿਵੇਂ ਜਿੰਨੇ ਵੀ ਤਖਤ ਹੈ ਉਹਨਾਂ ਨਾਲ ਸਾਂਝ ਹੈ ਸਾਡੀ, ਉਹਨਾਂ ਨਾਲ ਅਸੀਂ ਆਪਸੀ ਸਾਂਝ, ਸਾਡਾ ਇੱਕ ਮੈਂਬਰ ਜਾਂਦਾ, ਉਹਨਾਂ ਦਾ ਇੱਕ ਮੈਂਬਰ ਆਉਂਦਾ, ਪਟਨਾ ਸਾਹਿਬ 'ਚ ਮੈਂਬਰ ਜਾਂਦਾ, ਇਹ ਸਾਰੇ ਇੱਕ ਸਾਂਝ ਬਣੀ ਹੋਈ ਆ, ਪਰ ਉਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈਗੀ। ਠੀਕ ਹੈ ਨਾ, ਉਹ ਅਧਿਕਾਰ ਖੇਤਰ 'ਚ ਨਹੀਂ ਹੈਗੀ, ਅਸੀਂ ਉਸ ਨੂੰ ਵਾਇਓਲੇਟ ਨਹੀਂ ਕਰ ਸਕਦੇ। ਆਖਰੀ ਸਵਾਲ ਹੈ ਜੀ ਮੇਰਾ, ਰਾਹੁਲ ਗਾਂਧੀ ਜੀ ਆਪਣੇ ਹਰਿਮੰਦਰ ਸਾਹਿਬ ਆਉਂਦੇ ਨੇ ਤਾਂ ਜਿਸ ਤਰ੍ਹਾਂ ਜੇ ਗੱਲ ਕਰ ਲਈਏ ਕੋਈ ਸਿੱਖ ਗਲਤੀ ਕਰਦਾ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਆ ਮੈਂਬਰਾਂ ਵੱਲੋਂ ਐਡਾ ਵੱਡਾ ਇੱਕ ਕਦਮ ਚੁੱਕਿਆ ਗਿਆ ਹੈ ਨਾ, ਸਿੱਖਾਂ ਦੇ ਹਿਰਦੇ ਜਿਹੜੇ ਬਲੂੰਦਰੇ ਗਏ ਹੈਗੇ, ਅਟੈਕ ਕੀਤਾ ਗਿਆ ਹੈ ਨਾ, ਤੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਐਡੀ ਵੱਡੀ ਉਹਨਾਂ ਦਾ ਪਰਿਵਾਰ ਵਿੱਚੋਂ ਗਲਤੀ ਹੋਣ ਦੇ ਬਾਵਜੂਦ ਵੀ ਉਹ ਉਸ ਲੈਵਲ ਤੇ ਜਾ ਕੇ ਸੇਵਾ ਕਰ ਰਿਹਾ, ਅੰਦਰ ਉਹਨੂੰ ਨਾ ਤਾਂ ਕੋਈ ਤਨਖਾਹੀਆ ਕਰਾਰ ਦਿੱਤਾ ਨਾ ਕੋਈ ਉਹ ਮਾਫੀ ਮੰਗ ਰਿਹਾ ਹੈਗਾ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਇਹੋ ਹੀ ਇੱਕ ਵੱਡੀ ਗੱਲ ਹੈ, ਜਿਹੜਾ ਸਿੱਖ ਹੈ, ਸਿੱਖ ਨਿਰਵੈਰ ਹੈ ਤੇ ਨਿਰਭੈ ਹੈ। ਜਿਹੜੀ ਸਾਡੀ ਪੁਰਾਤਨ ਪਰੰਪਰਾ ਵਾ, ਜਿਹੜਾ ਵੀ ਆਇਆ ਜੇ ਕੋਈ ਚੜ੍ਹ ਕੇ ਆਇਆ ਤੇ ਉਹਨੂੰ ਤੇਗ ਆ, ਤੇ ਜੇ ਕੋਈ ਨਿਮ ਕੇ ਆ ਗਿਆ ਤੇ ਉਹਨੂੰ ਦੇਗ ਆ। ਇਹ ਗੱਲ ਦੇ ਤਹਿਤ ਪਿਛਲਾ ਪੁਰਾਤਨ ਇਤਿਹਾਸ ਵੀ ਇਹ ਦੱਸਦਾ ਕਿ ਜੇ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਦੇ ਸ਼ਹਾਦਤ ਦੇ ਵਿੱਚ ਉਹਨੇ ਰੋਲ ਅਦਾ ਕੀਤਾ ਤੇ ਸਮਾਂ ਬਣਾ ਜਦੋਂ ਉਹਨੂੰ ਸਮਝ ਪਈ ਤੇ ਉਹ ਛੇਵੇਂ ਪਾਤਸ਼ਾਹ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਯਾਤਰਾ ਵੀ ਕਰਦਾ ਵਾ ਤੇ ਉਹਨਾਂ ਦੇ ਨਾਲ ਵੀ ਆਉਂਦਾ ਵਾ, ਭਾਵੇਂ ਕਿ ਚੰਦੂ ਵਰਗੇ ਨੂੰ ਸਪੁਰਦ ਕਰਕੇ ਹੋਰ ਕਈ ਗੱਲਾਂ ਕਰਕੇ ਆਉਂਦਾ ਵਾ। ਇਹਦੀ ਜਿਹੜੀ ਗੱਲ ਹੈ ਕਿ ਸਿੱਖਾਂ ਦੀ ਜਿਹੜੀ ਇਮੇਜ ਹੈ ਉਹ ਇੱਥੋਂ ਪਛਾਣੀ ਜਾ ਸਕਦੀ ਹੈ ਕਿ ਸਿੱਖ ਕਿਸੇ ਦਾ ਵੈਰੀ ਨਹੀਂ ਹੈਗਾ। ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ ਤਨਖਾਹੀਆ ਨਹੀਂ ਦੇ ਸਕਦੇ ਕਿਉਂਕਿ ਉਹ ਸਾਡਾ ਨਹੀਂ ਹੈਗਾ, ਪਰ ਉਹ ਗੁਰੂ ਘਰ ਆਇਆ, ਭਾਵੇਂ ਉਹ ਇਹ ਪਰਚਾ ਪਾਉਣ ਲਈ ਆਇਆ ਤੇ ਭਾਵੇਂ ਕਿੱਦਾਂ ਵੀ ਆਇਆ, ਭਾਵੇਂ ਉਹ ਆਪਣੀ ਪ੍ਰਤਿਭਾ ਬਣਾਉਣ ਲਈ, ਭਾਵੇਂ ਫੋਟੋ ਖਿਚਾਉਣ ਲਈ ਆਇਆ, ਪਰ ਜਿਹੜਾ ਗੁਰੂ ਘਰ ਆਇਆ ਉਹਨੂੰ ਅਸੀਂ ਜਗ੍ਹਾ ਦਿੰਦੇ ਹਾਂ, ਉਹ ਭਾਵੇਂ ਕਿਸੇ ਵੀ ਧਰਮ, ਕਿਸੇ ਵੀ ਕੌਮ, ਕਿਸੇ ਤਰ੍ਹਾਂ ਦਾ ਵੀ ਹੋਵੇ। ਇਹ ਇੱਕ ਸਿੱਖਾਂ ਦੀ ਵਿਲੱਖਣਤਾ ਵਾ। ਭਾਵੇਂ ਕਿ ਇਹ ਗੱਲ ਦਾ ਸਵਾਲ ਬਣਦਾ, ਬੜਾ ਸੋਹਣਾ ਸਵਾਲ ਹੈ ਕਿ ਇਹ ਦੇਖੋ ਵੀ ਸਿੱਖਾਂ ਨੇ ਜਿਸ ਉਹਦੀ ਦਾਦੀ ਨੇ ਅਕਾਲ ਤਖਤ ਨੂੰ ਢਾਇਆ, ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਬੰਨਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਗੋਲੀਆਂ ਨਿਕਲੀਆਂ, ਉਹ ਉੱਥੇ ਹੀ ਮੱਥਾ ਟੇਕਣ ਆਉਂਦਾ, ਤੇ ਉਹਦਾ ਬਾਪ ਜਿਹੜਾ ਵਾ ਸਿੱਖਾਂ ਦੇ ਕਤਲ ਕਰਨ ਨੂੰ ਇਹ ਕਹਿੰਦਾ ਕਿ ਜਦ ਧਰਤੀ ਹਿਲਤੀ ਹੈ ਤੇ ਕਹਿੰਦੇ ਹੁੰਦੇ ਆ ਬੜਾ ਦਰਖਤ ਤੋਂ ਧਰਤੀ ਹਿਲਤੀ ਹੈ। ਫਿਰ ਉਹ ਕਿਹਨਾਂ ਟਾਈਟਲ ਵਰਗੇ ਲੋਕਾਂ ਨੂੰ ਆਪਦੇ ਨਾਲ ਅੱਜ ਵੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਰੱਖਦਾ। ਇੰਨੇ ਵੱਡੇ ਉਹਦੇ ਗੁਨਾਹ ਨੇ, ਇਹ ਅਸੀਂ ਉਹਨੂੰ ਸਨਮਾਨ ਨਹੀਂ ਕਰ ਰਹੇ, ਪਰ ਇੱਕ ਗੁਰੂ ਵੱਲੋਂ ਦਿੱਤੀ ਪਰੰਪਰਾ ਵਾ ਕਿ ਜਿਹੜਾ ਗੁਰੂ ਘਰ ਆਇਆ ਉਹਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਤੇ ਇਹ ਗੱਲ ਹੁਣ ਦੁਨੀਆ ਨੂੰ ਤਾਂ ਪਤਾ ਲੱਗਣੀ ਚਾਹੀਦੀ ਹੈ, ਜਿਹੜਾ ਦੇਸ਼ ਦਾ ਮੀਡੀਆ ਜਿਹੜਾ ਸਿੱਖਾਂ ਨੂੰ ਬਦਨਾਮ ਕਰਦਾ ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੇ ਸਿੱਖ ਨੇ ਉਹ ਆਤੰਕੀ ਨਹੀਂ ਹੈਗੇ, ਉਹ ਦੰਗਾਈ ਨਹੀਂ ਹੈਗੇ, ਉਹਨੂੰ ਜਿਹਨਾਂ ਨੂੰ ਤੁਸੀਂ ਵੱਖਵਾਦੀ ਕਹਿੰਦੇ, ਜਿਹਨੂੰ ਨਫ਼ਰਤ ਦੇ ਪਾਤਰ ਬਣਾਉਂਦੇ ਹੋ, ਉਸ ਤਰ੍ਹਾਂ ਨਹੀਂ ਹੈਗੇ। ਜਦੋਂ ਇੰਦਰਾ ਦਾ ਮਸਲਾ ਆਇਆ ਤੇ ਉਹਨੂੰ ਉਹਦਾ ਜਵਾਬ ਦਿੱਤਾ, ਬਿਆਨ ਸਿੰਘ ਸਤਵੰਤ ਸਿੰਘ ਨੇ ਉਹਦਾ ਜਵਾਬ ਦਿੱਤਾ। ਅਸੀਂ ਠੋਕ ਕੇ ਕਹਿੰਦੇ ਹਾਂ ਕਿ ਇਹ ਸਿੱਖ ਇਤਿਹਾਸ ਦਾ ਹਿੱਸਾ ਵਾ, ਤੇ ਜੇ ਕੋਈ ਗੁਰਦੁਆਰੇ ਚੱਲ ਕੇ ਆਇਆ ਤੇ ਉਸ ਦੇ ਲਈ ਸਾਡੀ ਜਿਹੜੀ ਪਰੰਪਰਾ ਵਾ ਉਹਨੂੰ ਅਸੀਂ ਪੂਰਨ ਤੌਰ ਤੇ ਉਹਨੂੰ ਉਸ ਗੱਲ ਦਾ ਜਿਵੇਂ ਕਹਿੰਦੇ ਨੇ ਵੀ ਉਹਨੂੰ ਪੂਰਾ ਮੰਨਿਆ। ਜੀ ਬਹੁਤ ਬਹੁਤ ਧੰਨਵਾਦ ਜੀ।